ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। 3 ਧੀਆਂ ਦੇ ਬਾਅਦ ਅੱਜ ਮੇਰੇ ਇੱਕ ਪੁੱਤਰ ਨੇ ਜਨਮ ਲੈਣਾ ਸੀ। ਮੈਨੂੰ ਯਾਦ ਆ ਜਦੋਂ ਮੇਰੀ ਪਹਿਲੀ ਧੀ ਦਾ ਜਨਮ ਹੋਇਆ ਤਾਂ ਮੈਂ ਕਿੰਨੀ ਖੁਸ਼ ਸੀ। ਇਹ ਮੇਰੇ ਅਤੇ ਸਾਹਿਲ ਦੇ ਪਿਆਰ ਦੀ ਪਹਿਲੀ ਨਿਸ਼ਾਨੀ ਸੀ। ਉਸ ਦੇ ਆਉਣ ਨਾਲ ਮੈਨੂੰ ਮਾਂ ਦਾ ਸਥਾਨ ਮਿਲ ਗਿਆ ਸੀ। ਪਰ ਜਦੋਂ ਮੈਨੂੰ ਸਾਹਿਲ ਦੇ ਚਿਹਰੇ 'ਤੇ ਕੋਈ ਖੁਸ਼ੀ ਨਜ਼ਰ ਨਾ ਆਈ ਤਾਂ ਮੈਂ ਸਮਝ ਗਈ ਕਿ ਉਹ ਧੀ ਨਹੀਂ ਪੁੱਤਰ ਚਾਹੁੰਦੇ ਹਨ। ਉਹਨਾਂ ਦੇ ਇਸ ਡਰ ਅਤੇ ਪਛਤਾਵੇ ਵੀ ਬਿਨਾਂ ਕਾਰਨ ਨਹੀਂ ਸੀ, ਕਿਉਂਕਿ ਉਸ ਦੇ ਮੋਢਿਆਂ 'ਤੇ ਉਸ ਦੀ 35 ਸਾਲਾਂ ਦੀ ਅਣਵਿਆਹੀ ਭੈਣ ਦੀ ਜ਼ਿੰਮੇਵਾਰੀ ਸੀ। ਉਸ ਦੀ ਭੈਣ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ, ਜਿਸ ਕਾਰਨ ਉਸ ਦਾ ਰਿਸ਼ਤਾ ਕਿਤੇ ਨਹੀਂ ਹੋ ਰਿਹਾ ਸੀ ਤੇ ਉਸ ਦੀ ਮਾਂ ਇਸ ਮਾਮਲੇ ਨੂੰ ਲੈ ਕੇ ਇੰਨੀ ਗੰਭੀਰ ਸੀ ਕਿ ਮੇਰਾ ਪਤੀ ਆਪਣੀ ਧੀ ਦੇ ਨਾਂ ਤੋਂ ਹੀ ਡਰ ਗਿਆ। ਫਿਰ ਇੱਕ ਤੋਂ ਬਾਅਦ ਇੱਕ ਮੇਰੀ ਦੂਜੀ ਅਤੇ ਫਿਰ ਤੀਜੀ ਬੇਟੀ ਨੇ ਜਨਮ ਲਿਆ। ਇਸ ਲਈ ਮੇਰੇ ਪਤੀ ਦੇ ਨਾਲ ਨਾਲ ਮੈਂ ਵੀ ਹਿੰਮਤ ਹਾਰ ਗਈ। ਮੇਰਾ ਪਤੀ ਸਾਹਿਲ, ਜਿਸ ਲਈ ਮੈਂ ਹਰ ਰਿਸ਼ਤਾ ਤਿਆਗ ਦਿੱਤਾ ਸੀ, ਉਹ ਸਿਰਫ ਮੇਰਾ ਪਿਆਰ ਹੀ ਨਹੀਂ ਸੀ, ਉਹ ਮੇਰਾ ਜਨੂੰਨ ਵੀ ਸੀ। ਮੈਂ ਉਸ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਣਾ ਚਾਹੁੰਦੀ ਸੀ, ਪਰ ਕੁਦਰਤ ਦੇ ਕਾਰਨ ਮੈਂ ਸਿਰਫ ਧੀਆਂ ਨੂੰ ਜਨਮ ਦੇਣ ਲਈ ਮਜਬੂਰ ਸੀ ਅਤੇ ਜਿਸ ਕਾਰਨ ਸਾਹਿਲ ਮੇਰੇ ਤੋਂ ਦੂਰ ਹੋਣ ਲੱਗਾ। ਮੈਂ ਉਸ ਨੂੰ ਖੁਸ਼ ਰੱਖਣ ਦੀ ਹਰ ਕੋਸ਼ਿਸ਼ ਕਰ ਰਹੀ ਸੀ। ਮੇਰੀ ਸੱਸ ਵੀ ਸਾਹਿਲ ਨੂੰ ਮੇਰੇ ਵਿਰੁੱਧ ਭੜਕਾਉਂਦੀ ਸੀ ਕਿ ਹੁਣ ਤੇਰੀ ਪਤਨੀ ਤੈਨੂੰ ਪੁੱਤਰ ਨਹੀਂ ਦੇ ਸਕਦੀ, ਦੁਬਾਰਾ ਵਿਆਹ ਕਰਵਾ ਲਓ। ਮਾਂ ਦੇ ਕਹਿਣ 'ਤੇ ਉਹ ਹੁਣ ਦੁਬਾਰਾ ਵਿਆਹ ਕਰਨਾ ਚਾਹੁੰਦਾ ਸੀ। ਉਸ ਦੀ ਮਾਂ ਵੀ ਉਸ ਲਈ ਰਿਸ਼ਤਾ ਦੇਖ ਰਹੀ ਸੀ। ਹੁਣ ਮੈਂ ਫਿਰ ਸਾਹਿਲ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਅਤੇ ਮੈਂ ਸਾਹਿਲ ਨੂੰ ਕਿਹਾ ਕਿ ਇਸ ਬੱਚੇ ਦੇ ਜਨਮ ਤੱਕ ਇੰਤਜ਼ਾਰ ਕਰ ਲਓ। ਮੈਨੂੰ ਯਕੀਨ ਆ ਕਿ ਇਸ ਵਾਰ ਬੇਟਾ ਹੀ ਹੋਵੇਗਾ। ਉਹ ਵੀ ਆਪਣੇ ਆਉਣ ਵਾਲੇ ਪੁੱਤਰ ਦੀ ਉਮੀਦ ਕਾਰਨ ਬਹੁਤ ਖੁਸ਼ ਰਹਿਣ ਲੱਗਾ ਤੇ ਮੇਰਾ ਖਿਆਲ ਵੀ ਰੱਖਣ ਲੱਗਾ। ਸਮੇਂ ਦਾ ਪਹੀਆ ਚੱਲਦਾ ਰਿਹਾ ਤੇ ਉਡੀਕ ਦੇ ਦਿਨ ਮੁੱਕ ਗਏ। ਮੇਰੇ ਗਰਭ ਅਵਸਥਾ ਦੇ 9 ਮਹੀਨੇ ਪੂਰੇ ਹੋ ਗਏ। ਇਸ ਵਾਰ ਮੈਨੂੰ ਯਕੀਨ ਸੀ ਕਿ ਮੇਰੇ ਕੋਲ ਪੁੱਤਰ ਹੀ ਹੋਵੇਗਾ। ਮੈਨੂੰ ਪੂਰਾ ਭਰੋਸਾ ਸੀ ਇਸ ਵਾਰ ਮੈਨੂੰ ਜ਼ਰੂਰ ਖੁਸ਼ੀਆਂ ਮਿਲਣਗੀਆਂ ਤੇ ਮੇਰਾ ਘਰ ਟੁੱਟਣ ਤੋਂ ਬਚ ਜਾਵੇਗਾ। ਇੱਕ ਦਿਨ ਮੇਰੀ ਸਿਹਤ ਖਰਾਬ ਹੋਈ ਤੇ ਮੈਂ ਆਪਣੀ ਸੱਸ ਨੂੰ ਦੱਸਿਆ। ਉਸ ਦੇਰ ਵਿੱਚ ਹੀ ਉਸਨੇ ਸਾਹਿਲ ਨੂੰ ਬੁਲਾ ਲਿਆ ਤੇ ਅਸੀਂ ਬੱਚੇ ਦਾ ਸਾਰਾ ਸਮਾਨ ਲੈ ਕੇ ਹਸਪਤਾਲ ਲਈ ਰਵਾਨਾ ਹੋ ਗਏ। ਉੱਥੇ ਪਹੁੰਚ ਕੇ ਉਹ ਮੈਨੂੰ ਲੇਬਰ ਰੂਮ ਵਿੱਚ ਲੈ ਗਏ ਅਤੇ ਸਾਹਿਲ ਅਤੇ ਮੇਰੀ ਸੱਸ ਬਾਹਰ ਬੇਸਬਰੀ ਨਾਲ ਉਡੀਕ ਕਰਨ ਲੱਗੇ। ਪਰ ਅੰਦਰ ਪਹੁੰਚ ਕੇ ਮੇਰੀ ਪਰੇਸ਼ਾਨੀ ਬਹੁਤ ਵੱਧ ਗਈ। ਮੈਂ ਪਹਿਲਾਂ ਵੀ 3 ਧੀਆਂ ਨੂੰ ਜਨਮ ਦਿੱਤਾ ਸੀ। ਮੈਨੂੰ ਪਤਾ ਸੀ ਕਿ ਬੱਚੇ ਨੂੰ ਜਨਮ ਦੇਣਾ ਬਹੁਤ ਔਖਾ ਹੈ, ਪਰ ਇਸ ਵਾਰ ਦਰਦ ਬਹੁਤ ਜ਼ਿਆਦਾ ਸੀ। ਮੈਂ ਇਸ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਮੈਂ ਹੁਣੇ ਮਰ ਜਾਵਾਂਗੀ। ਫਿਰ ਦਰਦ ਬਹੁਤ ਜ਼ਿਆਦਾ ਹੋਣ ਲੱਗਾ ਤੇ ਮੈਂ ਬੇਹੋਸ਼ ਹੋ ਗਈ। ਪਤਾ ਨਹੀਂ ਕਿੰਨੇ ਸਮੇਂ ਬਾਅਦ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਦੇ ਕਮਰੇ ਵਿੱਚ ਲੇਟੀ ਹੋਈ ਸੀ ਤੇ ਮੇਰੇ ਨਾਲ ਕੋਈ ਵੀ ਮੌਜੂਦ ਨਹੀਂ ਸੀ। ਮੈਂ ਸੋਚਿਆ ਕਿ ਸ਼ਾਇਦ ਸਾਰੇ ਮੇਰੇ ਬੇਟੇ ਦੇ ਨਾਲ ਹੋਣਗੇ, ਪਰ ਕੁਝ ਦੇਰ ਵਿੱਚ ਇੱਕ ਨਰਸ ਮੇਰੇ ਕੋਲ ਆਈ ਤੇ ਮੈਂ ਬੱਚੇ ਅਤੇ ਬਾਕੀ ਪਰਿਵਾਰ ਬਾਰੇ ਪੁੱਛਿਆ ਤਾਂ ਉਸ ਦੀਆਂ ਅੱਖਾਂ ਵਿੱਚ ਅਜਿਹੀ ਚਮਕ ਸੀ ਕਿ ਮੈਂ ਸੋਚਿਆ ਉਹ ਮੈਨੂੰ ਮੇਰੇ ਪੁੱਤਰ ਦੀ ਖੁਸ਼ਖਬਰੀ ਦੇਣ ਜਾ ਰਹੀ ਆ। ਪਰ ਉਸ ਦੇ ਜਵਾਬ ਨੇ ਮੇਰੇ ਹੋਸ਼ ਉਡਾ ਦਿੱਤੇ ਜਦੋਂ ਉਸਨੇ ਕਿਹਾ ਕਿ ਤੁਸੀਂ ਇੱਕ ਬਹੁਤ ਸੋਹਣੀ ਬੇਟੀ ਨੂੰ ਜਨਮ ਦਿੱਤਾ। ਅਚਾਨਕ ਮੇਰੇ ਸਾਰੇ ਸੁਪਨੇ ਚਕਨਾਚੂਰ ਹੁੰਦੇ ਨਜ਼ਰ ਆਏ ਜੋ ਮੈਂ ਸਾਹਿਲ ਨੂੰ ਦਿਖਾਏ ਸੀ ਤੇ ਖੁਦ ਵੀ ਦੇਖ ਚੁੱਕੀ ਸੀ। ਮੇਰੇ ਦਿਲ ਦੀ ਧੜਕਣ ਵੱਧ ਗਈ। ਮੈਂ ਪੁੱਛਿਆ ਮੇਰਾ ਪਤੀ ਕਿੱਥੇ ਆ ਤਾਂ ਉਸਨੇ ਦੱਸਿਆ ਕਿ ਉਹ ਤਾਂ ਕੱਲ੍ਹ ਤੋਂ ਨਹੀਂ ਆਇਆ। ਫਿਰ ਮੈਂ ਪੁੱਛਿਆ ਕਿ ਮੇਰੀ ਸੱਸ ਕਿੱਥੇ ਆ। ਨਰਸ ਨੇ ਦੱਸਿਆ ਕਿ ਉਹ ਵੀ ਰਿਕਸ਼ਾ ਲਿਆਉਣ ਲਈ ਕਹਿ ਕੇ ਗਈ ਸੀ, ਪਰ 2 ਘੰਟੇ ਹੋ ਗਏ ਅਜੇ ਤੱਕ ਵਾਪਸ ਨਹੀਂ ਆਈ। ਉਹ ਨਰਸ ਨੇ ਬੱਚੇ ਨੂੰ ਚੁੱਕ ਕੇ ਮੇਰੇ ਸਾਹਮਣੇ ਪੇਸ਼ ਕੀਤਾ ਤੇ ਕਿਹਾ ਕਿ ਇਸ ਨੂੰ ਦੁੱਧ ਪਿਆ ਦਿਓ, ਪਰ ਇਸ ਕੁੜੀ ਨੂੰ ਦੇਖਣ ਨੂੰ ਮੇਰਾ ਦਿਲ ਨਹੀਂ ਸੀ ਕਰਦਾ। ਇਹ ਉਹੀ ਸੀ ਜਿਸ ਨੇ ਜਨਮ ਲੈਂਦਿਆਂ ਹੀ ਮੈਨੂੰ ਅਸਮਾਨ ਤੋਂ ਚੁੱਕ ਕੇ ਜ਼ਮੀਨ 'ਤੇ ਸੁੱਟ ਦਿੱਤਾ ਸੀ। ਮੈਂ ਗੁੱਸੇ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਣ ਲੱਗੀ। ਨਰਸ ਨੇ ਬਿਲਕੁਲ ਸਹੀ ਕਿਹਾ ਸੀ। ਉਹ ਬਹੁਤ ਸੋਹਣੀ ਸੀ, ਪਰ ਸੋਹਣੇ ਹੋਣ ਨਾਲ ਕੁਝ ਨਹੀਂ ਹੁੰਦਾ, ਬੇਟਾ ਤਾਂ ਬੇਟਾ ਹੁੰਦਾ। ਨਰਸ ਨੇ ਬੱਚੀ ਨੂੰ ਮੇਰੀ ਗੋਦ ਵਿੱਚ ਪਾਇਆ ਤੇ ਮੈਂ ਉਸ ਨੂੰ ਦੁੱਧ ਦੇਣ ਲੱਗੀ। ਕੁਝ ਸਮੇਂ ਬਾਅਦ ਮੇਰੀ ਸੱਸ ਵੀ ਆ ਗਈ। ਉਹਨਾਂ ਦੇ ਚਿਹਰਿਆਂ ਨੂੰ ਦੇਖ ਕੇ ਮੈਂ ਸਮਝ ਗਈ ਸੀ ਕਿ ਉਹਨਾਂ ਨੂੰ ਹੁਣ ਮੇਰੀ ਬੇਟੀ ਦੇ ਨਾਲ ਨਾਲ ਮੇਰੀ ਜ਼ਰੂਰਤ ਵੀ ਸੀ। ਮੇਰੀ ਸੱਸ ਰਿਕਸ਼ੇ 'ਤੇ ਮੈਨੂੰ ਘਰ ਲਿਜਾ ਰਹੀ ਸੀ। ਉਹ ਗੁੱਸੇ ਵਿੱਚ ਟੈਕਸੀ ਵੀ ਨਹੀਂ ਲਿਆਈ। ਮੈਨੂੰ ਬਹੁਤ ਦਰਦ ਹੋ ਰਿਹਾ ਸੀ, ਫਿਰ ਵੀ ਮੇਰੀ ਸੱਸ ਰਿਕਸ਼ੇ ਵਾਲੇ ਨੂੰ ਕਹਿ ਰਹੀ ਸੀ ਥੋੜ੍ਹਾ ਤੇਜ਼ ਹੋਰ ਚਲਾ। ਮੈਂ ਚੁੱਪਚਾਪ ਸਭ ਕੁਝ ਬਰਦਾਸ਼ਤ ਕਰਦੀ ਰਹੀ ਤੇ ਮਨ ਹੀ ਮਨ ਆਪਣੀ ਧੀ ਨੂੰ ਕੋਸ ਰਹੀ ਸੀ। ਜਦੋਂ ਮੈਂ ਘਰ ਪਹੁੰਚੀ ਤਾਂ ਸਭ ਤੋਂ ਪਹਿਲਾਂ ਮੈਂ ਸਾਹਿਲ ਨੂੰ ਦੇਖਣ ਲੱਗੀ। ਉਹ ਕਮਰੇ ਵਿੱਚ ਮੌਜੂਦ ਸੀ, ਪਰ ਉਸਨੇ ਸਾਹਮਣੇ ਆਉਣਾ ਜ਼ਰੂਰੀ ਨਹੀਂ ਸਮਝਿਆ।
ਮੈਂ ਬੱਚੀ ਆਪਣੇ ਵੱਡੀ ਧੀ ਨੂੰ ਦੇ ਦਿੱਤੀ ਤੇ ਕੰਧ ਦਾ ਸਹਾਰਾ ਲੈ ਕੇ ਕਮਰੇ ਵਿੱਚ ਆਈ, ਜਿੱਥੇ ਮੇਰੀਆਂ ਹੋਰ 2 ਧੀਆਂ ਮੌਜੂਦ ਸੀ। ਮੈਨੂੰ ਉਹਨਾਂ ਦੇ ਪਿਆਰ ਆ ਰਿਹਾ ਸੀ, ਕਿਉਂਕਿ ਮੈਂ ਉਹਨਾਂ ਨੂੰ 2 ਦਿਨਾਂ ਤੋਂ ਨਹੀਂ ਦੇਖਿਆ ਸੀ। ਪਰ ਉਸ ਛੋਟੀ ਜਿਹੀ ਕੁੜੀ ਤੇ ਮੈਨੂੰ ਪਿਆਰ ਨਹੀਂ ਆ ਰਿਹਾ ਸੀ, ਜਿਸ ਨੇ ਮੈਨੂੰ ਸਾਰੇ ਸੁਪਨੇ ਤੋੜ ਦਿੱਤੇ ਸੀ। ਸਮਾਂ ਲੰਘਦਾ ਰਿਹਾ। ਸਾਹਿਲ ਹੁਣ ਮੇਰੇ ਤੋਂ ਦੂਰ ਰਹਿਣ ਲੱਗ ਗਿਆ ਸੀ। ਉਹ ਮੇਰੇ ਨਾਲ ਬਹੁਤ ਗੁੱਸੇ ਸੀ, ਪਰ ਮੈਂ ਕੀ ਕਰ ਸਕਦੀ ਸੀ। ਧੀ ਜਾਂ ਪੁੱਤਰ ਨੂੰ ਜਨਮ ਦੇਣਾ ਮੇਰੇ ਵੱਸ ਵਿੱਚ ਨਹੀਂ ਸੀ। ਸਾਹਿਲ ਨਾ ਤਾਂ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਰਦਾ ਸੀ ਤੇ ਨਾ ਹੀ ਮੈਨੂੰ ਕੋਈ ਖਰਚਾ ਦਿੰਦਾ ਸੀ। ਮੇਰਾ ਸਬਰ ਹੁਣ ਮੁੱਕ ਗਿਆ। ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮੈਂ ਆਪਣੇ ਅਜਿਹੇ ਪਿਆਰੇ ਪਤੀ, ਜਿਸ ਲਈ ਮੈਂ ਕੁਝ ਵੀ ਕਰ ਸਕਦੀ ਸੀ, ਮੈਂ ਉਸ ਦੀ ਆਪਣੇ ਪ੍ਰਤੀ ਇਸ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ। ਮੈਂ ਆਪਣੇ ਪਤੀ ਲਈ ਸਭ ਕੁਝ ਕਰ ਸਕਦੀ ਸੀ। ਫਿਰ ਇਹ ਮਨਹੂਸ ਬੇਟੀ ਤਾਂ ਕੋਈ ਵੱਡੀ ਗੱਲ ਨਹੀਂ ਸੀ। ਮੈਂ ਉਸ ਨੂੰ ਆਪਣਾ ਦੁੱਧ ਦੇਣਾ ਵੀ ਬੰਦ ਕਰ ਦਿੱਤਾ। ਜਦੋਂ ਉਹ ਭੁੱਖ ਕਾਰਨ ਰੋਂਦੀ ਸੀ ਤਾਂ ਉਸ ਨੂੰ ਡੱਬੇ ਵਾਲਾ ਦੁੱਧ ਪਿਆ ਦਿੰਦੀ। ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਉਸ ਦਾ ਪੇਟ ਭਰਿਆ ਹੈ ਜਾਂ ਨਹੀਂ। ਮੈਂ ਇਸ ਵੱਲ ਕੋਈ ਧਿਆਨ ਨਹੀਂ ਦਿੰਦੀ ਸੀ। ਮੈਂ ਜ਼ਿਆਦਾਤਰ ਉਸ ਦੀ ਸੌਣ ਤੋਂ ਬਾਅਦ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੰਦੀ ਸੀ, ਤਾਂ ਜੋ ਉਸ ਦੇ ਰੋਣ 'ਤੇ ਵੀ ਆਵਾਜ਼ ਬਾਹਰ ਨਾ ਆਵੇ, ਤੇ ਸਾਰਾ ਕੰਮ ਪੂਰਾ ਕਰਨ ਤੋਂ ਬਾਅਦ ਹੀ ਮੈਂ ਦੁਬਾਰਾ ਦਰਵਾਜ਼ਾ ਖੋਲ੍ਹਦੀ ਸੀ। ਮੈਂ ਸਾਰਾ ਦਿਨ ਘਰ ਦੇ ਕੰਮ ਆਰਾਮ ਨਾਲ ਪੂਰੇ ਕਰਦੀ, ਭਾਵੇਂ ਉਹ ਰੋਵੇ ਤਾਂ ਜਾਂ ਕੁਝ ਵੀ ਕਰੇ। ਮੈਂ ਆਪਣਾ ਕੰਮ ਪੂਰਾ ਕਰਨ 'ਤੇ ਹੀ ਦਰਵਾਜ਼ਾ ਖੋਲ੍ਹਦੀ ਸੀ। ਮੇਰੀ ਸੱਸ ਨੂੰ ਮੇਰੇ ਇਸ ਵਿਵਹਾਰ ਦਾ ਪਤਾ ਸੀ, ਪਰ ਉਹ ਵੀ ਮੈਨੂੰ ਕੁਝ ਨਹੀਂ ਕਹਿੰਦੀ ਸੀ, ਕਿਉਂਕਿ ਅੰਦਰੋਂ ਉਹ ਵੀ ਇਸ ਕੁੜੀ ਤੋਂ ਗੁੱਸੇ ਸੀ। ਮੇਰੀ ਧੀ ਅਕਸਰ ਰਾਤ ਨੂੰ ਬਹੁਤ ਰੋਂਦੀ। ਉਹ ਇੱਕ ਰਾਤ ਅਚਾਨਕ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਦੇਖਿਆ ਕਿ ਮੇਰੀ ਧੀ ਦੇ ਮੂੰਹ ਵਿੱਚ ਇੱਕ ਫੀਡਰ ਲੱਗਾ ਹੋਇਆ ਸੀ, ਉਹ ਵੀ ਦੁੱਧ ਨਾਲ ਭਰਿਆ ਹੋਇਆ। ਮੈਂ ਪਰੇਸ਼ਾਨ ਹੋ ਕੇ ਬੈਠ ਗਈ ਕਿ ਇਹ ਕਿਸ ਨੇ ਕੀਤਾ। ਫਿਰ ਮੈਂ ਸੋਚਿਆ ਕਿ ਸ਼ਾਇਦ ਮੇਰੀ ਨਣਦ ਨੇ ਜਾਂ ਫਿਰ ਮੇਰੀ ਵੱਡੀ ਬੇਟੀ ਨੇ ਦਿੱਤਾ ਹੋਵੇਗਾ, ਪਰ ਹੁਣ ਇਹ ਹਰ ਰੋਜ਼ ਹੋਣ ਲੱਗਾ। ਜਦੋਂ ਵੀ ਰਾਤ ਨੂੰ ਮੇਰੀ ਅੱਖ ਖੁੱਲ੍ਹਦੀ ਤਾਂ ਦੁੱਧ ਉਸ ਕੋਲ ਹੁੰਦਾ। ਹੁਣ ਉਸਨੇ ਰੋਣਾ ਬਿਲਕੁਲ ਬੰਦ ਕਰ ਦਿੱਤਾ ਸੀ। ਹੁਣ ਨਾ ਤਾਂ ਮੇਰੀ ਨੀਂਦ ਖਰਾਬ ਹੁੰਦੀ ਤੇ ਨਾ ਹੀ ਮੈਂ ਉਸ ਗੱਲ ਵੱਲ ਧਿਆਨ ਦਿੰਦੀ ਸੀ ਉਸਨੇ ਦੁੱਧ ਪੀਤਾ ਜਾਂ ਨਹੀਂ। ਪਰ ਇੱਕ ਗੱਲ ਅਜੀਬ ਸੀ, ਮੇਰੀ ਧੀ ਦੀ ਹਾਲਤ ਦਿਨੋਂ ਦਿਨ ਠੀਕ ਹੁੰਦੀ ਜਾ ਰਹੀ ਸੀ। ਦਿਨੋਂ ਦਿਨ ਉਹ ਮੋਟੀ ਹੋਣ ਤੋਂ ਬਾਅਦ ਉਹ ਬਹੁਤ ਪਿਆਰੀ ਲੱਗਣ ਲੱਗੀ। ਉਹ ਇੰਨੀ ਖੂਬਸੂਰਤ ਸੀ ਕਿ ਉਸ ਤੋਂ ਨਜ਼ਰ ਹਟਾਉਣਾ ਮੁਸ਼ਕਲ ਸੀ। ਮੇਰੀਆਂ 3 ਹੋਰ ਧੀਆਂ ਵੀ ਸੋਹਣੀਆਂ ਸੀ, ਪਰ ਇਹ ਉਹਨਾਂ ਤੋਂ ਵੀ ਸੋਹਣੀ ਸੀ। ਮੇਰੀਆਂ ਧੀਆਂ ਨੇ ਤਾਂ ਉਸ ਦਾ ਨਾਮ ਚਾਂਦਨੀ ਰੱਖਿਆ। ਉਹ ਚਾਂਦਨੀ ਵਾਂਗ ਚਮਕੀਲੀ ਤੇ ਚਿੱਟੀ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਸੋਹਣਾ ਬੱਚਾ ਕਦੇ ਨਹੀਂ ਦੇਖਿਆ ਸੀ, ਪਰ ਉਸ ਦੀ ਸੁੰਦਰਤਾ ਤੇ ਉਸ ਦਾ ਮਾਸੂਮ ਚਿਹਰਾ ਵੇਖ ਕੇ ਮੈਨੂੰ ਉਸ 'ਤੇ ਤਰਸ ਨਹੀਂ ਆਉਂਦਾ ਸੀ। ਮੈਂ ਉਸ ਨੂੰ ਮਨਹੂਸ ਸਮਝਦੀ ਸੀ। ਜੇ ਉਹ ਇਸ ਦੁਨੀਆ ਵਿੱਚ ਨਾ ਆਈ ਹੁੰਦੀ ਤਾਂ ਉਸ ਦੀ ਥਾਂ ਮੇਰਾ ਪੁੱਤਰ ਜ਼ਰੂਰ ਆਉਂਦਾ, ਤਾਂ ਅੱਜ ਮੇਰੇ ਘਰ ਕਿੰਨੀ ਖੁਸ਼ੀ ਹੁੰਦੀ। ਮੇਰਾ ਪਤੀ ਮੈਨੂੰ ਕਿੰਨਾ ਪਿਆਰ ਕਰਦਾ, ਉਹ ਕਿੰਨਾ ਖੁਸ਼ ਹੁੰਦਾ। ਪਰ ਹੁਣ ਮੇਰੇ ਅਤੇ ਸਾਹਿਲ ਦੇ ਵਿਚਕਾਰ ਸਿਰਫ ਤੇ ਸਿਰਫ ਇਸ ਕਰਕੇ ਹੀ ਦੂਰੀਆਂ ਆ ਗਈਆਂ ਸਨ। ਹੁਣ ਉਹ ਥੋੜਾ ਬੋਲਣ ਵੀ ਲੱਗ ਪਈ ਸੀ। ਉਸ ਦੀ ਆਵਾਜ਼ ਸੁਣ ਕੇ ਉਸ ਦੀ ਪਾਗਲ ਭੂਆ ਜਾਂ ਭੈਣ ਕਦੇ-ਕਦੇ ਉਸ ਨਾਲ ਗੱਲਾਂ ਕਰਨ ਆ ਜਾਂਦੀਆਂ, ਪਰ ਮੈਂ ਉਸ ਨੂੰ ਕਦੇ ਕਮਰੇ ਤੋਂ ਬਾਹਰ ਨਹੀਂ ਕੱਢਦੀ ਸੀ। ਨਾ ਹੀ ਚਾਂਦਨੀ ਦੇ ਪਿਤਾ ਜਾਂ ਦਾਦੀ ਨੇ ਕਿਹਾ ਸੀ ਬੱਚੀ ਨੂੰ ਕਮਰੇ ਤੋਂ ਬਾਹਰ ਲਿਆਓ। ਇੱਕ ਦਿਨ ਮੈਂ ਕੰਮ ਵਿੱਚ ਇੰਨੀ ਬਿਜੀ ਸੀ ਕਿ ਮੇਰੇ ਕੋਲ ਸਿਰਫ ਖੁਰਕਣ ਦੀ ਵੀ ਵਿਹਲ ਨਹੀਂ ਸੀ, ਕਿਉਂਕਿ ਘਰ ਸਾਹਿਲ ਦੇ ਕੁਝ ਦੋਸਤਾਂ ਨੇ ਆਉਣਾ ਸੀ ਤੇ ਮੇਰਾ ਸਾਰਾ ਦਿਨ ਕਮਰੇ ਵਿੱਚ ਆਉਣ ਦਾ ਟਾਈਮ ਹੀ ਨਹੀਂ ਲੱਗਾ। ਸ਼ਾਮ ਨੂੰ ਜਦੋਂ ਮੈਂ ਕਮਰੇ ਵਿੱਚ ਆਈ ਤਾਂ ਮੈਂ ਉਸ ਵੱਲ ਦੇਖਿਆ, ਪਰ ਉਹ ਬਿਲਕੁਲ ਵੀ ਭੁੱਖੀ ਨਹੀਂ ਲੱਗ ਰਹੀ ਸੀ। ਮੈਂ ਵੀ ਆਉਂਦਿਆਂ ਹੀ ਸੌਂ ਗਈ। ਰਾਤ ਦੇ 12 ਵਜੇ ਮੇਰੀ ਅੱਖ ਆਪਣੇ ਆਪ ਖੁੱਲ੍ਹ ਗਈ ਤਾਂ ਮੈਨੂੰ ਉਸ ਦਾ ਖਿਆਲ ਆਇਆ। ਖੇਡਦੇ ਹੋਏ ਉਹ ਝੂਲੇ 'ਤੇ ਆਪਣੇ ਆਪ ਹੀ ਸੌਂ ਗਈ। ਉਸ ਦੇ ਝੂਲੇ ਕੋਲ ਇੱਕ ਖਿੜਕੀ ਸੀ ਜੋ ਕੁਝ ਉਸ ਸਮੇਂ ਖੁੱਲ੍ਹੀ ਹੋਈ ਸੀ। ਮੈਂ ਜਲਦੀ ਉੱਠ ਕੇ ਉਸ ਦੇ ਕੋਲ ਗਈ ਤਾਂ ਇੱਕ ਅਜੀਬ ਨਜ਼ਾਰਾ ਦੇਖਿਆ। ਉਹ ਕੰਬਲ ਵਿੱਚ ਲਪੇਟੀ ਬਹੁਤ ਹੀ ਮਿੱਠੀ ਨੀਂਦ ਸੌਂ ਰਹੀ ਸੀ। ਉਸ ਦੇ ਨੇੜੇ ਦੁੱਧ ਨਾਲ ਭਰਿਆ ਹੋਇਆ ਇੱਕ ਅੱਧਾ ਫੀਡਰ ਪਿਆ ਸੀ, ਜੋ ਸ਼ਾਇਦ ਉਸਨੇ ਅੱਧਾ ਪੀ ਕੇ ਖਤਮ ਕਰ ਦਿੱਤਾ ਸੀ। ਕੰਬਲ ਨੂੰ ਫੜ ਕੇ ਦੇਖਿਆ ਤਾਂ ਇਹ ਬਹੁਤ ਮਹਿੰਗਾ ਲੱਗ ਰਿਹਾ ਸੀ, ਪਰ ਇਹ ਕਿਸ ਨੇ ਲਿਆ ਤੇ ਮੇਰੀ ਬੇਟੀ 'ਤੇ ਪਾਇਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਸ਼ਾਇਦ ਸਾਹਿਲ ਨੂੰ ਉਸ 'ਤੇ ਤਰਸ ਆ ਗਿਆ ਹੋਵੇਗਾ। ਮੈਂ ਬਹੁਤ ਸੋਚਿਆ, ਪਰ ਮੈਂ ਕਿਸੇ ਨਤੀਜੇ 'ਤੇ ਨਾ ਪਹੁੰਚ ਸਕੀ। ਫਿਰ ਮੈਂ ਖਿੜਕੀ ਅਤੇ ਦਰਵਾਜ਼ਾ ਬੰਦ ਕਰਕੇ ਸੌਂ ਗਈ। ਸਵੇਰੇ ਸਾਹਿਲ 'ਤੇ ਮੇਰੀ ਖਾਸ ਨਜ਼ਰ ਸੀ। ਉਹ ਆਪਣੀ ਧੀ ਕੋਲ ਤਾਂ ਨਹੀਂ ਜਾਂਦਾ ਤੇ ਉਸ ਦੀ ਦੇਖਭਾਲ ਤਾਂ ਨਹੀਂ ਕਰ ਰਿਹਾ, ਪਰ ਮੈਨੂੰ ਸਾਰਾ ਦਿਨ ਅਜਿਹਾ ਕੁਝ ਮਹਿਸੂਸ ਨਹੀਂ ਹੋਇਆ। ਸਾਹਿਲ ਉਸ ਕੋਲ ਬਿਲਕੁਲ ਨਹੀਂ ਗਿਆ। ਮੈਂ ਤਾਂ ਅਜੇ ਦਿਨ ਵਿੱਚ 1-2 ਵਾਰ ਉਸ ਵੱਲ ਦੇਖ ਲੈਂਦੀ ਸੀ। ਉਸ ਦੀ ਦਾਦੀ ਤੋਂ ਤਾਂ ਕੋਈ ਆਸ ਨਹੀਂ ਸੀ, ਇਸ ਲਈ ਮੇਰੀਆਂ ਮੁਸੀਬਤਾਂ ਦਿਨੋਂ ਦਿਨ ਵਧਣ ਲੱਗੀਆਂ ਤੇ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਇਸ ਤੋਂ ਵੱਡਾ ਝਟਕਾ ਲੱਗਣ ਵਾਲਾ।
ਦੁਪਹਿਰ ਵੇਲੇ ਜਦੋਂ ਮੈਂ ਉਸ ਨੂੰ ਫੀਡਰ ਦੇਣ ਗਈ ਤਾਂ ਦੇਖਿਆ ਕਿ ਉਸਨੇ ਬਹੁਤ ਹੀ ਪਿਆਰੀ ਫਰਾਕ ਪਾਈ ਹੋਈ ਸੀ। ਉਸ ਦੀਆਂ ਅੱਖਾਂ ਵਿੱਚ ਸੁਰਮਾ ਤੇ ਮੱਥੇ ਤੇ ਨਜ਼ਰ ਦਾ ਟਿੱਕਾ ਲੱਗਿਆ ਹੋਇਆ ਸੀ। ਉਸਦੇ ਕੋਲ ਪਏ ਖਿਡੌਣਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ। ਮੈਨੂੰ ਥੋੜਾ ਡਰ ਵੀ ਲੱਗਣ ਲੱਗ ਪਿਆ ਸੀ। ਆਖਰ ਇਹ ਸਭ ਕੀ ਸੀ? ਕਮਰੇ ਵੱਲ ਨੂੰ ਕੋਈ ਆਉਂਦਾ ਵੀ ਨਜ਼ਰ ਨਹੀਂ ਆਉਂਦਾ ਸੀ ਤਾਂ ਇਹ ਸਭ ਕੌਣ ਕਰ ਰਿਹਾ ਸੀ? ਮੈਂ ਇਹ ਗੱਲ ਨੂੰ ਲੁਕੋ ਲਿਆ ਤੇ ਕਮਰੇ ਤੋਂ ਬਾਹਰ ਆ ਗਈ। ਇਸ ਪਰੇਸ਼ਾਨੀ ਕਾਰਨ ਮੇਰੀ ਹਾਲਤ ਖਰਾਬ ਸੀ। ਜਦੋਂ ਸੱਸ ਨੇ ਪੁੱਛਿਆ ਤਾਂ ਮੈਂ ਕਿਹਾ, ਮੇਰੀ ਤਬੀਅਤ ਠੀਕ ਨਹੀਂ। ਬਾਕੀ ਸਾਰਾ ਦਿਨ ਘਰ ਦੇ ਇੱਕ ਕੋਨੇ ਵਿੱਚ ਬੈਠੀ ਸੋਚਦੀ ਰਹੀ। ਮੇਰੀ ਇੱਕ ਧੀ ਦੀ ਆਦਤ ਸੀ, ਜਦੋਂ ਉਹ ਸਕੂਲੋਂ ਘਰ ਆਉਂਦੀ ਤਾਂ ਪਹਿਲਾਂ ਆਪਣੀ ਭੈਣ ਕੋਲ ਜਾਂਦੀ ਤੇ ਉਸ ਨੂੰ ਦੇਖਦੀ, ਉਸ ਨਾਲ ਗੱਲਾਂ ਕਰਦੀ, ਫਿਰ ਜਲਦੀ ਆ ਕੇ ਖਾਣਾ ਮੰਗਦੀ। ਅੱਜ ਜਿਵੇਂ ਹੀ ਉਹ ਆਪਣੀ ਭੈਣ ਦੇ ਕੋਲ ਗਈ ਤਾਂ ਝੂਲੇ ਤੇ ਖਿਡੌਣਾ ਚੁੱਕ ਕੇ ਬਾਹਰ ਲੈ ਆਈ ਤਾਂ ਬਾਹਰ ਆਉਂਦਿਆਂ ਹੀ ਉਸਦੀ ਦਾਦੀ ਦੀ ਨਜ਼ਰ ਖਿਡੌਣੇ ਤੇ ਪਈ ਤੇ ਉਸਨੇ ਦੇਖਦੇ ਹੀ ਦੇਖਦੇ ਉਹ ਖਿਡੌਣਾ ਉਸ ਤੋਂ ਖੋਹ ਲਿਆ। ਉਸਨੇ ਖਿਡੌਣਾ ਆਪਣੇ ਹੱਥ ਵਿੱਚ ਲਿਆ ਤੇ ਦੇਖ ਕੇ ਇਸ ਨੂੰ ਕੰਧ ਨਾਲ ਰਗੜਨ ਲੱਗੀ। ਮੈਂ ਆਪਣੀ ਸੱਸ ਨੂੰ ਧਿਆਨ ਨਾਲ ਦੇਖ ਰਹੀ ਸੀ। ਆਖਰ ਉਹ ਇਹ ਸਭ ਕੀ ਕਰ ਰਹੀ ਸੀ? ਉਹ ਝੱਟ ਮੇਰੇ ਵੱਲ ਭੱਜੀ ਤੇ ਬੋਲੀ, ਤੇਰੀ ਧੀ ਇਹ ਖਿਡੌਣਾ ਕਿੱਥੋਂ ਲੈ ਕੇ ਆਈ ਆ? ਮੈਂ ਜਾਣਦੇ ਹੋਏ ਵੀ ਅਣਜਾਣ ਬਣ ਗਈ। ਮੈਂ ਕਿਹਾ, ਮੰਮੀ ਮੈਨੂੰ ਨਹੀਂ ਪਤਾ ਇਹ ਖਿਡੌਣਾ ਕਿੱਥੋਂ ਆ ਲਿਆਂਦਾ। ਮੈਂ ਸੱਸ ਦੇ ਮੂੰਹ ਵੱਲ ਦੇਖ ਰਹੀ ਸੀ। ਸੱਸ ਨੇ ਕਿਹਾ, ਜੇਕਰ ਮੇਰੀ ਬੁੱਢੀ ਨਜ਼ਰ ਮੈਨੂੰ ਧੋਖਾ ਨਹੀਂ ਦੇ ਰਹੀ ਤਾਂ ਇਹ ਯਕੀਨੀ ਤੌਰ ਤੇ ਸੋਨੇ ਵਰਗਾ ਲੱਗਦਾ। ਮੈਂ ਝਟਕੇ ਨਾਲ ਆਪਣੀ ਸੱਸ ਦੇ ਹੱਥੋਂ ਖਿਡੌਣਾ ਲੈ ਲਿਆ ਤੇ ਉਸ ਨੂੰ ਦੇਖਣ ਲੱਗੀ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਇਹ ਸੋਨੇ ਦਾ ਬਣਿਆ ਹੋਵੇ। ਮੈਂ ਸੋਚ ਵੀ ਨਹੀਂ ਸਕਦੀ ਸੀ, ਪਰ ਅਚਾਨਕ ਮੇਰੀ ਸੱਸ ਅੰਦਰ ਗਈ ਤੇ ਚਾਦਰ ਲੈ ਕੇ ਆਈ। ਉਸਨੇ ਮੇਰੇ ਤੋਂ ਖਿਡੌਣਾ ਲਿਆ ਤੇ ਇਸ ਨੂੰ ਚਾਦਰ ਦੇ ਵਿੱਚ ਲੁਕੋ ਕੇ ਬਾਹਰ ਚਲੀ ਗਈ। ਮੈਂ ਸੋਚ ਰਹੀ ਸੀ ਕਿ ਇਹ ਸਭ ਕੀ ਹੋ ਰਿਹਾ? ਮੇਰੀ ਬੇਟੀ ਕੋਲ ਇਸ ਤਰ੍ਹਾਂ ਦੀਆਂ ਚੀਜ਼ਾਂ ਕਿੱਥੋਂ ਆਉਂਦੀਆਂ? ਮੈਨੂੰ ਖੁਦ ਇਸ ਬਾਰੇ ਨਹੀਂ ਪਤਾ ਸੀ। ਮੇਰੀ ਧੀ ਖੇਡਣ ਵਿੱਚ ਰੁੱਝੀ ਹੋਈ ਸੀ ਤੇ ਹੱਸ ਕੇ ਖੇਡ ਰਹੀ ਸੀ। ਜਦੋਂ ਮੈਂ ਫੀਡਰ ਵੱਲ ਦੇਖਿਆ ਤਾਂ ਇਹ ਓਨਾ ਹੀ ਭਰਿਆ ਹੋਇਆ ਸੀ ਜਿੰਨਾ ਮੈਂ ਰੱਖ ਕੇ ਗਈ ਸੀ। ਮੈਨੂੰ ਬਹੁਤ ਗੁੱਸਾ ਸੀ ਕਿ ਉਸਨੇ ਕੱਲ੍ਹ ਤੋਂ ਦੁੱਧ ਨਹੀਂ ਪੀਤਾ ਤੇ ਫਿਰ ਵੀ ਉਹ ਚੁੱਪ ਸੀ ਤੇ ਕਿੰਨੀ ਖੁਸ਼ ਸੀ। ਚਾਂਦਨੀ ਦਾ ਹੱਸਦਾ ਚਿਹਰਾ ਦੇਖ ਕੇ ਮੈਨੂੰ ਅਚਾਨਕ ਗੁੱਸਾ ਆ ਗਿਆ। ਉਹ ਮੇਰੀ ਖੁਸ਼ੀ ਨੂੰ ਅੱਗ ਲਗਾ ਕੇ ਮੇਰੇ ਸਾਹਮਣੇ ਸੁਪਨੇ ਤੋੜ ਕੇ ਬਹੁਤ ਖੁਸ਼ੀ ਨਾਲ ਹੱਸ ਰਹੀ ਸੀ। ਮੈਂ ਉਸ ਮਾਸੂਮ ਲੜਕੀ ਦੀ ਗੱਲ ਤੇ ਜ਼ੋਰਦਾਰ ਥੱਪੜ ਮਾਰਿਆ। ਉਹ ਮੇਰੇ ਥੱਪੜ ਮਾਰਨ ਤੇ ਟਿਕੀ ਹੋਈ ਨਜ਼ਰ ਨਾਲ ਮੇਰੇ ਵੱਲ ਵੇਖਦੀ ਰਹੀ। ਫਿਰ ਅਚਾਨਕ ਉਹ ਰੋਣ ਲੱਗ ਪਈ। ਮੈਨੂੰ ਉਸਦੇ ਰੋਣ ਦੀ ਪਰਵਾਹ ਨਹੀਂ ਸੀ। ਮੈਂ ਉਸ ਨੂੰ ਰੋਂਦਾ ਛੱਡ ਕੇ ਬਾਹਰ ਆ ਗਈ। ਇਸ ਤਰ੍ਹਾਂ ਮੇਰੀ ਸੱਸ ਵੀ ਆ ਗਈ ਤੇ ਮੈਨੂੰ ਦੱਸਿਆ ਕਿ ਉਹ ਗਲੀ ਦੇ ਪਾਰ ਸੁਨਿਆਰੇ ਦੀ ਦੁਕਾਨ ਤੇ ਖਿਡੌਣਾ ਲੈ ਕੇ ਗਈ ਸੀ। ਇਹ ਸ਼ੁੱਧ ਸੋਨਾ ਹੈ। ਸਾਡੇ ਤਾਂ ਬਾਰੇ ਨਿਆਰੇ ਹੋ ਗਏ। ਇਹ ਸੁਣਦੇ ਸਾਰ ਹੀ ਮੇਰਾ ਦਿਮਾਗ ਸੁੰਨ ਹੋ ਗਿਆ। ਮੈਂ ਬਸ ਬੁੱਤ ਬਣੀ ਸੁਣਦੀ ਰਹੀ ਤੇ ਕੋਈ ਜਵਾਬ ਨਹੀਂ ਦੇ ਸਕੀ। ਮੈਂ ਸਿਰਫ ਇੰਨਾ ਹੀ ਕਹਿ ਸਕੀ ਕਿ ਮੰਮੀ ਸਾਹਿਲ ਨੂੰ ਕੁਝ ਨਾ ਦੱਸਿਓ। ਉਹ ਕਹੇਗਾ ਕਿ ਬੱਚੀ ਚੋਰੀ ਕਰਦੀਆਂ ਹਨ, ਨਹੀਂ ਤਾਂ ਇੰਨਾ ਸੋਨਾ ਕਿੱਥੋਂ ਆਵੇਗਾ, ਕਿਉਂਕਿ ਇਹ ਖਿਡੌਣਾ ਮੇਰੀ ਛੋਟੀ ਧੀ ਕੋਲੋਂ ਮਿਲਿਆ ਸੀ। ਇਹ ਸਿਰਫ ਮੈਨੂੰ ਹੀ ਪਤਾ ਸੀ। ਇਹ ਖਿਆਲ ਮੇਰੀ ਸੱਸ ਦੇ ਮਨ ਵਿੱਚ ਵੀ ਆਇਆ ਤੇ ਉਹ ਮੇਰੀ ਗੱਲ ਮੰਨ ਗਈ। ਉਸਨੇ ਇੱਕ ਸ਼ਰਤ ਰੱਖੀ ਕਿ ਉਹ ਅੱਧਾ ਸੋਨਾ ਆਪਣੇ ਕੋਲ ਰੱਖੇਗੀ ਤੇ ਬਾਕੀ ਅੱਧਾ ਮੈਂ ਤੈਨੂੰ ਦੇ ਦੇਵਾਂਗੀ। ਮੈਂ ਜੋ ਪਹਿਲਾਂ ਤੋਂ ਹੀ ਡਰੀ ਹੋਈ ਸੀ ਨੇ ਸ਼ਰਤ ਮੰਨ ਲਈ ਤੇ ਸੋਨਾ ਅੱਧਾ ਵੰਡ ਲਿਆ। ਸੱਸ ਨੇ ਆਪਣੀ ਪਾਗਲ ਧੀ ਦੇ ਵਿਆਹ ਦੀ ਖਾਤਰ ਆਪਣਾ ਹਿੱਸਾ ਲੁਕੋ ਲਿਆ। ਮੇਰਾ ਹਿੱਸਾ ਸੁਨਿਆਰੇ ਨੂੰ ਵੇਚ ਕੇ ਪੈਸੇ ਲਿਆ ਕੇ ਮੈਨੂੰ ਦੇ ਦਿੱਤੇ। ਖਿਡੌਣਾ ਬਹੁਤ ਵੱਡਾ ਤੇ ਭਾਰਾ ਸੀ। ਇਹ ਬਹੁਤ ਜ਼ਿਆਦਾ ਕੀਮਤ ਵਿੱਚ ਵਿਕਿਆ। ਮੇਰਾ ਹਿੱਸੇ 4 ਲੱਖ ਰੁਪਏ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਪੈਸਾ ਦੇਖਿਆ ਸੀ। ਪੈਸਾ ਲੈਂਦੇ ਹੋਏ ਮੇਰੇ ਹੱਥ ਕੰਬ ਰਹੇ ਸੀ। ਫਿਰ ਵੀ ਮੈਂ ਪੈਸਿਆਂ ਤੋਂ ਬਹੁਤ ਖੁਸ਼ ਸੀ। ਇਸ ਲਈ ਮੈਂ ਪੈਸੇ ਲੈ ਕੇ ਸੰਦੂਕ ਵਿੱਚ ਰੱਖ ਲਏ ਤੇ ਸੰਦੂਕ ਆਪਣੇ ਬੈੱਡ ਤੋਂ ਹੇਠਾਂ ਲੁਕੋ ਦਿੱਤਾ। ਅਗਲੇ ਦਿਨ ਮੈਂ ਕੁਝ ਪੈਸੇ ਲੈ ਕੇ ਬਾਜ਼ਾਰ ਗਈ ਤੇ ਬਹੁਤ ਸਾਰਾ ਪੈਸਾ ਆਪਣੇ ਆਪ 'ਤੇ ਖਰਚ ਕੀਤਾ। ਆਪਣੇ ਲਈ ਕੁਝ ਚੀਜ਼ਾਂ ਖਰੀਦੀਆਂ, ਰਾਸ਼ਨ ਦੀਆਂ ਚੀਜ਼ਾਂ, ਫਲ ਸਬਜ਼ੀਆਂ, ਦੁੱਧ, ਦਹੀਂ। ਮੈਂ ਹੁਣ ਘਰ ਵਿੱਚ ਬਹੁਤ ਵਧੀਆ ਖਾਣਾ ਬਣਾਉਂਦੀ ਸੀ ਤੇ ਸਾਹਿਲ ਨੂੰ ਖੁਸ਼ ਕਰਨ ਲਈ ਆਪਣੇ ਆਪ ਨੂੰ ਬਹੁਤ ਸਜਾਉਂਦੀ ਸੀ। ਸਾਹਿਲ ਵੀ ਹੌਲੀ-ਹੌਲੀ ਮੇਰੇ ਨਾਲ ਖੁਸ਼ ਰਹਿਣ ਲੱਗਾ। ਇਹ ਸਭ ਦੇਖ ਕੇ ਮੈਂ ਵੀ ਖੁਸ਼ ਸੀ। ਮੇਰੇ 2 ਮਹੀਨੇ ਬਹੁਤ ਵਧੀਆ ਲੰਘੇ। ਹੁਣ ਮੇਰੀ ਧੀ ਹੌਲੀ-ਹੌਲੀ ਵੱਡੀ ਹੋਣ ਲੱਗੀ, ਪਰ ਮੈਂ ਅਜੇ ਵੀ ਉਸ ਵੱਲ ਕੋਈ ਧਿਆਨ ਨਹੀਂ ਦਿੰਦੀ ਸੀ। ਇੱਕ ਦਿਨ ਜਦੋਂ ਮੈਂ ਸੰਦੂਕ ਨੂੰ ਖੋਲ੍ਹਿਆ ਤਾਂ ਸਿਰਫ 1 ਲੱਖ ਰੁਪਏ ਬਚੇ ਸੀ। ਮੈਨੂੰ ਚਿੰਤਾ ਸੀ ਕਿ ਜੇ ਇਹ ਵੀ ਖਰਚ ਹੋ ਗਏ ਤਾਂ ਮੈਂ ਕੀ ਕਰੂੰਗੀ। ਫਿਰ ਮੈਂ ਉਹ 1 ਲੱਖ ਰੁਪਏ ਆਪਣੀ ਪਤੀ ਨੂੰ ਦੇ ਦਿੱਤੇ। ਉਸ ਨੂੰ ਛੋਟਾ-ਮੋਟਾ ਕਾਰੋਬਾਰ ਸ਼ੁਰੂ ਕਰਨ ਲਈ ਕਿਹਾ। ਮੈਂ ਸਾਹਿਲ ਨੂੰ ਕਿਹਾ ਕਿ ਮੈਂ ਤੁਹਾਡਾ ਕਾਰੋਬਾਰ ਕਰਨ ਲਈ ਕਰਜ਼ੇ ਤੇ ਪੈਸੇ ਲਏ ਹਨ।
ਉਹ ਬਹੁਤ ਖੁਸ਼ ਹੋ ਗਿਆ ਤੇ ਸਖਤ ਮਿਹਨਤ ਕਰਨ ਲੱਗਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਪੈਸੇ ਨਾਲ ਕੀਤਾ ਕਾਰੋਬਾਰ ਬਹੁਤ ਵਧੀਆ। ਹੁਣ ਸਾਡੇ ਘਰ ਦੇ ਹਾਲਾਤ ਬਹੁਤ ਚੰਗੇ ਹੋ ਗਏ, ਪਰ ਮੇਰੇ ਪਤੀ ਅਜੇ ਵੀ ਪੁੱਤਰ ਚਾਹੁੰਦੇ ਸੀ। ਕਈ ਵਾਰ ਉਹ ਮੈਨੂੰ ਪਿਆਰ ਨਾਲ ਮਨਾਉਣ ਦੀ ਕੋਸ਼ਿਸ਼ ਕਰਦੇ ਕਿ ਦੂਜੇ ਵਿਆਹ ਦੀ ਇਜਾਜ਼ਤ ਦੇ ਦਿਓ, ਪਰ ਮੈਂ ਮਨਾ ਕਰ ਦਿੰਦੀ। ਫਿਰ ਮੇਰੇ ਮਨ ਵਿੱਚ ਡਰ ਸੀ ਕਿ ਜੇ ਮੇਰੇ ਪਤੀ ਕਦੇ ਵਿਆਹ ਕਰਵਾ ਕੇ ਘਰ ਆ ਗਏ ਤਾਂ ਮੈਂ ਉਸ ਦਾ ਕੀ ਕਰ ਲਵਾਂਗੀ। ਫਿਰ ਮੈਨੂੰ ਆਪਣੀ ਧੀ 'ਤੇ ਵੀ ਗੁੱਸਾ ਆਇਆ ਕਿ ਇਹ ਮਨਹੂਸ ਨਾ ਜੰਮੀ ਹੁੰਦੀ ਤਾਂ ਪੁੱਤ ਨੇ ਜਨਮ ਲੈਣਾ ਸੀ। ਇਸ ਗੁੱਸੇ ਵਿੱਚ ਮੈਂ ਇੱਕ ਵਾਰ ਫਿਰ ਉਸ ਨੂੰ ਮਾਰਨ ਲਈ ਹੱਥ ਉਠਾਇਆ, ਪਰ ਇਸ ਵਾਰ ਬਹੁਤ ਅਜੀਬ ਘਟਨਾ ਵਾਪਰੀ। ਉਸ ਨੂੰ ਮਾਰਨ ਤੋਂ ਪਹਿਲਾਂ ਹੀ ਮੇਰਾ ਹੱਥ ਇੰਨਾ ਬੁਰੀ ਤਰ੍ਹਾਂ ਨਾਲ ਦੁਖਣ ਲੱਗਾ ਕਿ ਮੈਂ ਸਹਿ ਨਾ ਸਕੀ। ਮੈਂ ਝੱਟ ਦੁਪੱਟਾ ਚੁੱਕਿਆ ਤੇ ਇਸ ਦੁਪੱਟੇ ਨਾਲ ਖਿੱਚ ਕੇ ਹੱਥ ਬੰਨ੍ਹ ਲਿਆ, ਪਰ ਦਰਦ ਘੱਟ ਨਹੀਂ ਹੋ ਰਿਹਾ ਸੀ। ਮੈਂ ਤੇਜ਼ੀ ਨਾਲ ਆਪਣੇ ਹੱਥ 'ਤੇ ਆਇਓਡੈਕਸ ਲਗਾਇਆ, ਪਰ ਦਰਦ ਵੀ ਹੋਰ ਵੀ ਵੱਧ ਗਿਆ। ਕੁਝ ਸਮੇਂ ਬਾਅਦ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੇਰਾ ਹੱਥ ਬਿਲਕੁਲ ਨੀਲਾ ਹੋ ਚੁੱਕਿਆ ਸੀ। ਮੈਂ ਤੁਰੰਤ ਹਸਪਤਾਲ ਗਈ। ਜੇ ਕੋਈ ਪੁੱਛਦਾ ਤਾਂ ਮੈਂ ਸ਼ਰਮ ਨਾਲ ਕਹਿੰਦੀ ਕਿ ਕਿਸੇ ਭਾਰੀ ਚੀਜ਼ ਦੇ ਹੇਠਾਂ ਦੱਬ ਜਾਣ ਕਾਰਨ ਨੀਲਾ ਹੋ ਗਿਆ, ਪਰ ਮੈਂ ਸੱਚ ਜਾਣਦੀ ਸੀ ਕਿ ਮੈਂ ਉਸ ਨਿੱਕੀ ਜਿਹੀ ਜਾਨ ਨੂੰ ਮਾਰਨ ਲਈ ਹੱਥ ਚੁੱਕਿਆ ਸੀ। ਉਦੋਂ ਤੋਂ ਮੇਰਾ ਹੱਥ ਦੁਖ ਰਿਹਾ ਸੀ ਤੇ ਨੀਲਾ ਹੋਣ ਲੱਗਾ ਸੀ। ਹੁਣ ਮੈਨੂੰ ਇਹ ਮਹਿਸੂਸ ਹੋਣ ਲੱਗਾ ਕਿ ਮੇਰੀ ਧੀ ਨਾਲ ਨਿਸ਼ਚਿਤ ਤੌਰ 'ਤੇ ਕੋਈ ਸ਼ਕਤੀ ਸੀ ਜੋ ਆਮ ਨਹੀਂ ਸੀ। ਕਈ ਦਿਨ ਇਲਾਜ ਚੱਲਦਾ ਰਿਹਾ। ਪਤੀ ਦੇ 50,000 ਰੁਪਏ ਲੱਗ ਗਏ ਜੋ ਬਹੁਤ ਮਿਹਨਤ ਨਾਲ ਬਚਾਏ ਸਨ। ਫਿਰ ਕਿਤੇ ਮੇਰਾ ਹੱਥ ਠੀਕ ਹੋਇਆ। ਹੁਣ ਮੈਂ ਆਪਣੀ ਧੀ ਤੋਂ ਡਰਦੀ ਸੀ। ਮੈਂ ਘੱਟ ਹੀ ਉਸ ਦੇ ਨੇੜੇ ਜਾਂਦੀ। ਉਸ ਦੇ ਕੱਪੜੇ ਆਪਣੇ ਆਪ ਬਦਲੇ ਜਾਂਦੇ। ਉਹ ਨਵੇਂ ਕੱਪੜੇ ਪਾਉਂਦੀ, ਪਰ ਮੈਂ ਅਜਿਹਾ ਹੁੰਦਾ ਕਦੇ ਨਹੀਂ ਦੇਖਿਆ ਸੀ। ਜਦੋਂ ਮੈਂ ਬਾਹਰ ਜਾਂਦੀ ਅਤੇ ਜਦੋਂ ਮੈਂ ਵਾਪਸ ਅੰਦਰ ਆਉਂਦੀ ਤਾਂ ਉੱਥੇ ਸਭ ਕੁਝ ਸਾਫ਼ ਹੋ ਜਾਂਦਾ। ਉਸ ਦੇ ਮੱਥੇ 'ਤੇ ਬੁਰੀ ਨਜ਼ਰ ਦਾ ਨਿਸ਼ਾਨ ਲੱਗਾ ਹੁੰਦਾ, ਨਵੇਂ ਕੱਪੜੇ ਪਾਏ ਹੁੰਦੇ, ਉਸ ਦੇ ਹੇਠਾਂ ਵਾਲਾ ਬਿਸਤਰਾ ਬਦਲਿਆ ਹੁੰਦਾ, ਉਸ ਨੂੰ ਨਵਾਂ ਕੰਬਲ ਨਾਲ ਢਕਿਆ ਹੁੰਦਾ। ਮੈਂ ਕਦੇ ਉਸ ਦੇ ਹੇਠਾਂ ਵਾਲਾ ਬਿਸਤਰਾ ਵੀ ਨਹੀਂ ਬਦਲਿਆ ਸੀ। ਕਈ ਵਾਰ ਉਹ ਗਿੱਲੇ ਬਿਸਤਰੇ 'ਤੇ ਹੀ ਲੇਟੀ ਰਹਿੰਦੀ ਸੀ, ਪਰ ਹੁਣ ਉਸ ਦਾ ਬਿਸਤਰਾ ਵੀ ਆਪਣੇ ਆਪ ਬਦਲ ਜਾਂਦਾ। ਸਭ ਕੁਝ ਬਹੁਤ ਸਾਫ਼ ਸੁਥਰਾ ਹੁੰਦਾ। ਮੈਂ ਕਿਸੇ ਨੂੰ ਨਹੀਂ ਦੱਸਿਆ। ਹੁਣ ਕੋਈ ਸੋਚਦਾ ਸੀ ਕਿ ਮੈਂ ਕੁਝ ਬਹੁਤ ਚੰਗੀ ਮਾਂ, ਪਰ ਮੇਰੀ ਸੱਸ ਅਕਸਰ ਬੱਚੀ ਨੂੰ ਦੇਖਦੀ ਤੇ ਕਹਿੰਦੀ ਕਿ ਉਹ ਬਿਲਕੁਲ ਉਸ ਦੀ ਭੂਆ ਵਰਗੀ ਆ। ਸਮੇਂ ਦਾ ਪਹੀਆ ਤੇਜ਼ੀ ਨਾਲ ਚੱਲਦਾ ਰਿਹਾ। ਮੇਰੀਆਂ ਧੀਆਂ ਵੱਡੀਆਂ ਹੋ ਗਈਆਂ ਤੇ ਛੋਟੀ ਧੀ ਹੁਣ 8 ਸਾਲ ਦੀ ਹੋ ਗਈ। ਉਹ ਮੇਰੀਆਂ ਧੀਆਂ ਵਿੱਚੋਂ ਸਭ ਤੋਂ ਪਿਆਰੀ ਤੇ ਸਭ ਤੋਂ ਸੋਹਣੀ ਸੀ। ਇਸ ਉਮਰ ਵਿੱਚ ਹੀ ਉਸਨੇ ਘਰ ਦੇ ਸਾਰੇ ਕੰਮਕਾਰ ਸਿੱਖ ਲਏ, ਪਰ ਉਸ ਲਈ ਅਜੇ ਵੀ ਮੇਰੇ ਦਿਲ ਵਿੱਚ ਜਗ੍ਹਾ ਨਹੀਂ ਸੀ। ਮੈਨੂੰ ਅਜੇ ਵੀ ਆਪਣੇ ਬੇਟੇ ਦੀ ਅਣਹੋਂਦ ਮਹਿਸੂਸ ਹੁੰਦੀ ਸੀ। ਕੁੜੀਆਂ ਵੱਡੀਆਂ ਹੋ ਗਈਆਂ। ਮੈਂ ਸੋਚਦੀ ਸੀ ਕਾਸ਼ ਉਹਨਾਂ ਦਾ ਭਰਾ ਹਰ ਜਗ੍ਹਾ ਉਹਨਾਂ ਦੇ ਨਾਲ ਹੁੰਦਾ। ਤੇ ਜਦੋਂ ਮੇਰੇ ਪਤੀ ਨੇ ਦੁਬਾਰਾ ਵਿਆਹ ਕੀਤਾ ਤਾਂ ਮੈਨੂੰ ਚਾਂਦਨੀ ਪ੍ਰਤੀ ਹੋਰ ਵੀ ਨਫ਼ਰਤ ਮਹਿਸੂਸ ਹੋਣ ਲੱਗੀ। ਚਾਂਦਨੀ ਹੀ ਸੀ ਜੋ ਮੇਰੀਆਂ ਖੁਸ਼ੀਆਂ ਖਾ ਗਈ ਸੀ। ਜੇਕਰ ਉਸ ਦੀ ਥਾਂ ਪੁੱਤਰ ਨਹੀਂ ਜਨਮ ਲਿਆ ਹੁੰਦਾ ਤਾਂ ਮੇਰਾ ਪਤੀ ਦੁਬਾਰਾ ਵਿਆਹ ਨਾ ਕਰਦਾ। ਮੈਂ ਸਾਹਿਲ ਨਾਲ ਪਿਆਰ ਕਰਕੇ ਵਿਆਹ ਕੀਤਾ ਸੀ। ਮੇਰਾ ਪਿਆਰ ਮੇਰੇ ਤੋਂ ਖੋਹ ਲਿਆ ਗਿਆ। ਮੇਰੀ ਸੌਂਕਣ ਦੇ 2 ਪੁੱਤਰ ਹੋ ਗਏ। ਉਹਨਾਂ ਦੇ ਨਾਲ ਮੇਰਾ ਪਤੀ ਵੀ ਉਸ ਦਾ ਹੋ ਗਿਆ। ਇਹ ਮੇਰਾ ਪ੍ਰੇਮ ਵਿਆਹ ਸੀ ਅਤੇ ਮੇਰੇ ਪਿਆਰ ਮੇਰੇ ਤੋਂ ਦੂਰ ਚਲਾ ਗਿਆ। ਇਸ ਦਾ ਕਾਰਨ ਮੇਰੀ ਧੀ ਸੀ। ਕੁਝ ਹੀ ਸਮੇਂ ਵਿੱਚ ਉਹ 16 ਸਾਲ ਦੀ ਹੋ ਗਈ। ਉਸਨੇ ਪੂਰੇ ਘਰ ਦੀ ਜ਼ਿੰਮੇਵਾਰੀ ਸੰਭਾਲ ਲਈ। ਉਹ ਸਾਰੇ ਕੰਮ ਬਹੁਤ ਵਧੀਆ ਢੰਗ ਨਾਲ ਕਰਦੀ। ਉਹ ਸਾਰਾ ਕੰਮ ਅੱਖ ਝਪਕਦਿਆਂ ਹੀ ਕਰ ਲੈਂਦੀ। ਪਤਾ ਨਹੀਂ ਕਿਹੋ ਜਿਹਾ ਜਾਦੂ ਸੀ ਉਸ ਦੇ ਹੱਥਾਂ ਵਿੱਚ। ਉਹ ਥੋੜੀ ਜਿਹੀ ਸਬਜ਼ੀ ਵੀ ਬਣਾ ਦਿੰਦੀ ਤਾਂ ਸਾਰੇ ਘਰ ਦਾ ਢਿੱਡ ਭਰ ਜਾਂਦਾ। ਉਹ ਜਿਹੀ ਸਵਾਦੀ ਸਬਜ਼ੀ ਬਣਾਉਂਦੀ ਕਿ ਖਾਣ ਵਾਲਾ ਉਂਗਲਾਂ ਚੱਟਦਾ ਰਹਿ ਜਾਂਦਾ। ਇੱਥੋਂ ਤੱਕ ਕਿ ਉਹ ਪੰਛੀਆਂ ਤੇ ਜਾਨਵਰਾਂ ਦੀ ਦੇਖਭਾਲ ਕਰਦੀ। ਜਦੋਂ ਉਹ ਖਾਣਾ ਅਤੇ ਪਾਣੀ ਪਾਉਣ ਲਈ ਛੱਤ 'ਤੇ ਜਾਂਦੀ ਤਾਂ ਉਹ ਘੰਟਿਆਂ ਬੱਧੀ ਉੱਥੇ ਰਹਿੰਦੀ ਤੇ ਜਾਨਵਰਾਂ ਤੇ ਪੰਛੀਆਂ ਨਾਲ ਗੱਲਾਂ ਕਰਦੀ। ਉਹ ਸਾਰਾ ਦਿਨ ਖੁਸ਼ ਰਹਿੰਦੀ। ਆਪਣੀਆਂ ਭੈਣਾਂ ਨੂੰ ਬਹੁਤ ਪਿਆਰ ਕਰਦੀ। ਮੇਰੀਆਂ ਹੋਰ 3 ਧੀਆਂ ਚੰਗੀ ਪੜ੍ਹਾਈ ਕਰਨ ਲਈ ਕਿਸੇ ਹੋਰ ਸ਼ਹਿਰ ਚਲੀਆਂ ਗਈਆਂ, ਪਰ ਮੈਂ ਆਪਣੀ ਛੋਟੀ ਧੀ ਨੂੰ ਕਦੇ ਸਕੂਲ ਨਹੀਂ ਭੇਜਿਆ ਤੇ ਆਪਣੇ ਕੋਲ ਹੀ ਰੱਖਿਆ। ਉਹ ਮੇਰੀ ਅਤੇ ਆਪਣੀ ਦਾਦੀ ਦੀ ਬਹੁਤ ਸੇਵਾ ਕਰਦੀ। ਆਪਣੀ ਪਾਗਲ ਭੂਆ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦੀ, ਉਸ ਨੂੰ ਨਵਾਉਂਦੀ, ਉਸ ਨੂੰ ਬਹੁਤ ਖੁਸ਼ ਰੱਖਦੀ। ਇੱਕ ਦਿਨ ਜਦੋਂ ਮੈਂ ਅਚਾਨਕ ਕਿਸੇ ਕੰਮ ਲਈ ਬਾਹਰ ਆਈ ਤਾਂ ਉਹ ਇੱਕ ਲੜਕੇ ਨਾਲ ਗੱਲਾਂ ਕਰਨ ਵਿੱਚ ਰੁੱਝੀ ਹੋਈ ਸੀ। ਦੋਵੇਂ ਬਹੁਤ ਹੱਸ ਰਹੀਆਂ ਸੀ। ਉਹ ਆਦਮੀ ਬਹੁਤ ਲੰਮਾ, ਬੜਾ ਚੁਸਤ ਅਤੇ ਬੜਾ ਸੁੰਦਰ ਸੀ। ਇੰਜ ਲੱਗਦਾ ਸੀ ਜਿਵੇਂ ਕੋਈ ਰਾਜਕੁਮਾਰ ਅਸਮਾਨ ਤੋਂ ਉਤਰਿਆ ਹੋਵੇ। ਉਸ ਲੜਕੇ ਨੇ ਚਾਂਦਨੀ ਦਾ ਹੱਥ ਫੜਿਆ ਹੋਇਆ ਸੀ ਤੇ ਉਹ ਚਾਂਦਨੀ ਨੂੰ ਕੁਝ ਕਹਿ ਰਿਹਾ ਸੀ। ਫਿਰ ਕੁਝ ਹੀ ਦੇਰ ਵਿੱਚ ਉਸਨੇ ਚਾਂਦਨੀ ਨੂੰ ਜੱਫੀ ਪਾ ਲਈ। ਚਾਂਦਨੀ ਨੇ ਵੀ ਉਸ ਨੂੰ ਬਾਹਾਂ ਵਿੱਚ ਘੁੱਟ ਲਿਆ।
ਇਹ ਸਭ ਦੇਖ ਕੇ ਮੈਂ ਗੁੱਸੇ ਨਾਲ ਕੰਬ ਕੇ ਰਹਿ ਗਈ। ਹੁਣ ਉਸ ਮੁੰਡੇ ਦੀ ਨਜ਼ਰ ਵੀ ਮੇਰੇ ਉੱਤੇ ਪਈ। ਉਸਨੇ ਮੇਰੇ ਵੱਲ ਅਜਿਹੇ ਭਾਵ ਨਾਲ ਦੇਖਿਆ ਕਿ ਮੈਂ ਉਸ ਵੱਲ ਦੇਖ ਕੇ ਡਰ ਗਈ। ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ। ਮੈਂ ਝੱਟ ਪਿੱਛੇ ਮੁੜੀ ਤੇ ਆਪਣੇ ਕਮਰੇ ਵਿੱਚ ਆ ਗਈ। ਮੈਂ ਸਾਰੀ ਰਾਤ ਬੁਖਾਰ ਨਾਲ ਤਪਦੀ ਰਹੀ। ਇਹ ਉਸਦਾ ਮੇਰੇ ਵੱਲ ਵੇਖਣ ਦਾ ਹੀ ਅਸਰ ਸੀ। ਅਗਲੇ ਦਿਨ ਜਦੋਂ ਮੈਂ ਠੀਕ ਮਹਿਸੂਸ ਕੀਤਾ ਤਾਂ ਮੈਂ ਉਸਨੂੰ ਪੁੱਛਿਆ ਕਿ ਉਹ ਮੁੰਡਾ ਕੌਣ ਸੀ। ਪਹਿਲਾਂ ਤਾਂ ਉਹ ਦੱਸਣ ਨੂੰ ਤਿਆਰ ਨਹੀਂ ਸੀ, ਪਰ ਮੇਰੇ ਜ਼ੋਰ ਪਾਉਣ 'ਤੇ ਜੋ ਕੁਝ ਉਸਨੇ ਦੱਸਿਆ ਤਾਂ ਉਹ ਮੇਰੇ ਹੋਸ਼ ਉਡਾਉਣ ਦੇ ਲਈ ਕਾਫੀ ਸੀ। ਚਾਂਦਨੀ ਨੇ ਮੈਨੂੰ ਦੱਸਿਆ ਕਿ ਉਹ ਇੱਕ ਜਿੰਨ ਹੈ। ਉਹ ਕਹਿੰਦਾ ਹੈ ਕਿ ਮੇਰੀ ਮਾਂ ਨੇ ਤੈਨੂੰ ਪਾਲਿਆ ਹੈ ਤੇ ਉਸਨੇ ਦੱਸਿਆ ਕਿ ਜਦੋਂ ਮੈਂ ਪੈਦਾ ਹੋਈ ਸੀ ਤਾਂ ਉਸਨੂੰ ਪਿਆਰ ਕਰਨ ਵਾਲਾ ਆਖਰੀ ਸਾਹ ਲੈ ਰਿਹਾ ਸੀ। ਉਸਨੂੰ ਪਿਆਰ ਕਰਨ ਵਾਲੀ ਨੂੰ ਇੱਕ ਫਕੀਰ ਨੇ ਆਪਣੇ ਜਾਦੂ ਨਾਲ ਸਾੜ ਦਿੱਤਾ ਸੀ। ਇਹ ਜਿੰਨ ਬਹੁਤ ਗੁੱਸੇ ਵਿੱਚ ਆ ਗਿਆ ਤੇ ਫਕੀਰ ਨੂੰ ਮਾਰਨ ਵਾਲਾ ਸੀ। ਜਦੋਂ ਫਕੀਰ ਨੂੰ ਲੱਗਾ ਕਿ ਹੁਣ ਇਹ ਜਿੰਨ ਉਸ ਨੂੰ ਮਾਰਨ ਵਾਲਾ ਤਾਂ ਫਕੀਰ ਨੇ ਕਿਹਾ, ਮੇਰੀ ਜਾਨ ਬਖਸ਼ ਦਿਓ, ਮੈਂ ਤੁਹਾਨੂੰ ਇੱਕ ਬਹੁਤ ਜ਼ਰੂਰੀ ਗੱਲ ਦੱਸਦਾ। ਫਿਰ ਇਸ ਜਿੰਨ ਨੇ ਫਕੀਰ ਨੂੰ ਛੱਡ ਦਿੱਤਾ ਤੇ ਫਕੀਰ ਨੇ ਦੱਸਿਆ ਕਿ ਜਦੋਂ ਤੁਹਾਡੀ ਮਹਿਬੂਬਾ ਆਖਰੀ ਸਾਹ ਛੱਡੇਗੀ ਤਾਂ ਤੁਸੀਂ ਆਪਣਾ ਮੂੰਹ ਉਸਦੇ ਨੇੜੇ ਕਰਕੇ ਉਸਦਾ ਆਖਰੀ ਸਾਹ ਆਪਣੇ ਅੰਦਰ ਭਰ ਲੈਣਾ ਤੇ ਜੋ ਮਨੁੱਖੀ ਬੱਚਾ ਇਸ ਦੁਨੀਆ ਵਿੱਚ ਜਨਮ ਲਵੇ ਉਸ ਦੇ ਅੰਦਰ ਇਹ ਸਾਹ ਨੂੰ ਛੱਡ ਦੇਣਾ। ਤੁਹਾਡੀ ਮਹਿਬੂਬਾ ਦੀ ਸ਼ਕਲ ਸੂਰਤ ਸਭ ਉਸ ਬੱਚੇ ਵਿੱਚ ਆ ਜਾਵੇਗੀ ਤਾਂ ਤੁਸੀਂ ਆਪਣੇ ਪਿਆਰ ਨੂੰ ਦੁਬਾਰਾ ਪ੍ਰਾਪਤ ਕਰ ਸਕੋਗੇ। ਤੇ ਫਿਰ ਉਸਨੇ ਵੀ ਅਜਿਹਾ ਕੀਤਾ। ਉਸਨੇ ਆਪਣੀ ਪ੍ਰੀਤਮ ਦਾ ਆਖਰੀ ਸਾਹ ਮੇਰੇ ਮੂੰਹ ਵਿੱਚ ਲਿਆ ਕੇ ਛੱਡ ਦਿੱਤਾ। ਔਰ ਉਸ ਸਮੇਂ ਮੈਂ ਪੈਦਾ ਹੋਈ ਤਾਂ ਉਸਨੇ ਮੇਰੇ ਮੂੰਹ ਵਿੱਚ ਫੂਕ ਮਾਰ ਦਿੱਤੀ। ਮੈਂ ਮੁੰਡਾ ਪੈਦਾ ਹੋਇਆ ਸੀ, ਪਰ ਉਸ ਜਿੰਨ ਕਰਕੇ ਮੈਂ ਕੁੜੀ ਬਣ ਗਈ। ਹੁਣ ਉਹ ਮੈਨੂੰ ਪਿਆਰ ਕਰਦਾ ਹੈ ਤੇ ਮੈਂ ਵੀ ਉਸਨੂੰ ਪਿਆਰ ਕਰਦੀ ਹਾਂ। ਇਹ ਸਭ ਸੁਣ ਕੇ ਮੇਰੇ ਜ਼ਖਮਾਂ 'ਤੇ ਲੂਣ ਛਿੜਕਿਆ ਗਿਆ। ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਉਸ ਤੋਂ ਆਪਣੀਆਂ ਸਾਰੀਆਂ ਮੁਸ਼ਕਲਾਂ ਦਾ ਬਦਲਾ ਲਵਾਂਗੀ। ਜਿਸ ਨੇ ਮੇਰੇ ਤੋਂ ਮੇਰਾ ਪੁੱਤਰ ਖੋਹ ਲਿਆ, ਮੈਂ ਉਸ ਤੋਂ ਉਸਦਾ ਪਿਆਰ ਖੋਹ ਲਵਾਂਗੀ। ਮੈਂ ਉਸ ਨੂੰ ਖੁਸ਼ ਨਹੀਂ ਰਹਿਣ ਦੇਵਾਂਗੀ ਜਿਵੇਂ ਉਸਨੇ ਮੇਰੇ ਤੋਂ ਮੇਰੀ ਖੁਸ਼ੀ ਖੋਹ ਲਈ। ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਹੁਣ ਚਾਂਦਨੀ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੀ। ਹੁਣ ਮੈਂ ਉਸਦਾ ਵਿਆਹ ਕਰਨਾ ਚਾਹੁੰਦੀ ਹਾਂ। ਮੇਰੇ ਪਤੀ ਨੂੰ ਬਹੁਤ ਹੈਰਾਨੀ ਹੋਈ। ਉਸਨੇ ਕਿਹਾ ਕਿ ਉਹ ਅਜੇ ਬਹੁਤ ਛੋਟੀ ਆ। ਪਹਿਲਾਂ ਵੱਡੀਆਂ 3 ਧੀਆਂ ਹਨ, ਉਹਨਾਂ ਦਾ ਵਿਆਹ ਕਰਾਂਗੇ, ਉਸ ਤੋਂ ਬਾਅਦ ਹੀ ਉਸਦਾ ਵਿਆਹ ਕਰਾਂਗੇ। ਪਰ ਮੈਂ ਸਾਫ਼ ਕਿਹਾ ਕਿ ਮੈਨੂੰ ਉਸਦੇ ਕਿਰਦਾਰ 'ਤੇ ਸ਼ੱਕ ਆ। ਮੈਂ ਇਸ ਨੂੰ ਹੋਰ ਨਹੀਂ ਝੱਲ ਸਕਦੀ। ਇਹਨਾਂ ਗੱਲਾਂ ਬਾਤਾਂ ਦੌਰਾਨ ਮੇਰੀ ਧੀ ਬਹੁਤ ਉਦਾਸ ਲੱਗ ਰਹੀ ਸੀ। ਉਹ ਬਹੁਤ ਉਦਾਸ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੀ ਸੀ, ਪਰ ਮੇਰੇ ਅੰਦਰ ਬਦਲੇ ਦੀ ਅੱਗ ਬਲ ਰਹੀ ਸੀ। ਜਦੋਂ ਮੇਰਾ ਪਤੀ ਚਲਾ ਗਿਆ ਤਾਂ ਉਹ ਮੇਰੇ ਕੋਲ ਆਈ ਤੇ ਮੇਰੇ ਅੱਗੇ ਹੱਥ ਜੋੜ ਕੇ ਕਿਹਾ, ਮਾਂ, ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਮੈਂ ਇਹ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿਉਂਕਿ ਤੁਸੀਂ ਮੇਰੀ ਮਾਂ ਹੋ ਤੇ ਮੈਨੂੰ ਤੁਹਾਡੇ 'ਤੇ ਵਿਸ਼ਵਾਸ ਸੀ ਕਿ ਤੁਸੀਂ ਮੇਰਾ ਸਾਥ ਦੇਵੋਗੇ। ਪਰ ਤੁਸੀਂ ਮੇਰੇ ਨਾਲ ਇਹ ਸਭ ਕਿਉਂ ਕਰ ਰਹੇ ਹੋ? ਤੁਸੀਂ ਮੈਨੂੰ ਮੇਰੇ ਪਿਆਰ ਤੋਂ ਕਿਉਂ ਦੂਰ ਕਰ ਰਹੇ ਹੋ? ਮੈਂ ਉਸ ਦੇ ਬਿਨਾਂ ਮਰ ਜਾਵਾਂਗੀ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ। ਉਸ ਨੂੰ ਵੀ ਮੇਰੇ ਬਿਨਾਂ ਦੁੱਖ ਹੋਵੇਗਾ। ਉਸ ਨੇ ਮੈਨੂੰ ਪਾਉਣ ਲਈ ਬਹੁਤ ਲੰਮਾ ਸਮਾਂ ਇੰਤਜ਼ਾਰ ਕੀਤਾ, ਪਰ ਮੈਂ ਮੁਸਕਰਾ ਕੇ ਉਸ ਨੂੰ ਸਾਫ਼-ਸਾਫ਼ ਕਿਹਾ ਕਿ ਮੈਂ ਤੇਰੇ ਇਸ ਪ੍ਰੇਮੀ ਦੀ ਇੱਛਾ ਪੂਰੀ ਨਹੀਂ ਹੋਣ ਦੇਵਾਂਗੀ। ਤੂੰ ਮੇਰੀ ਬੇਟੀ ਆ। ਮੈਂ ਤੇਰਾ ਫੈਸਲਾ ਕਰਾਂਗੀ। ਉਹ ਚੁੱਪ ਹੋ ਗਈ ਤੇ ਚੁੱਪਚਾਪ ਮੇਰੇ ਵੱਲ ਵੇਖਦੀ ਰਹੀ। ਜਦੋਂ ਮੈਂ ਉਸ ਨੂੰ ਮੇਰੀ ਨਜ਼ਰ ਤੋਂ ਹਟਣ ਲਈ ਕਿਹਾ ਤਾਂ ਉਹ ਕਹਿਣ ਲੱਗੀ ਕਿ ਮਾਂ, ਇਹ ਸਭ ਐਸ਼ੋ ਆਰਾਮ, ਪਿਤਾ ਜੀ ਦਾ ਸਫਲ ਕਾਰੋਬਾਰ ਅਤੇ ਭੈਣਾਂ ਦੀ ਚੰਗੀ ਸਿੱਖਿਆ, ਇਹ ਸਭ ਉਸ ਦਾ ਦਿੱਤਾ ਹੀ ਹੈ। ਇਸ ਵਿੱਚ ਤੁਹਾਡੀ ਕੋਈ ਭੂਮਿਕਾ ਨਹੀਂ। ਆਪਣੇ ਪਹਿਲੇ ਹਾਲਾਤ ਨੂੰ ਯਾਦ ਕਰੋ। ਤੁਹਾਨੂੰ ਬਹੁਤ ਪਛਤਾਵਾ ਹੋਵੇਗਾ ਕਿਉਂਕਿ ਉਹ ਮੈਨੂੰ ਇੱਥੇ ਦੁਖੀ ਨਹੀਂ ਰਹਿਣ ਦੇਵੇਗਾ ਤੇ ਜੇ ਉਹ ਚਲਾ ਗਿਆ ਤਾਂ ਤੁਹਾਡੇ ਤੋਂ ਸਾਰੀਆਂ ਖੁਸ਼ੀਆਂ ਵੀ ਖੋਹ ਕੇ ਲੈ ਜਾਵੇਗਾ। ਸਾਰੀਆਂ ਖੁਸ਼ੀਆਂ ਦੂਰ ਹੋ ਜਾਣਗੀਆਂ। ਫਿਰ ਤੁਸੀਂ ਪਹਿਲਾਂ ਵਾਂਗ ਗਰੀਬੀ ਦੀ ਜ਼ਿੰਦਗੀ ਜਿਉਓਗੇ। ਮੈਂ ਚਾਹੁੰਦੀ ਹਾਂ ਕਿ ਤੁਸੀਂ ਸੱਚ ਨੂੰ ਸਵੀਕਾਰ ਕਰੋ। ਮੈਂ ਆਪਣੀ ਸਾਰੀ ਉਮਰ ਉਸ ਦੇ ਨਾਮ ਨਾਲ ਤੁਹਾਡੀ ਸੇਵਾ ਵਿੱਚ ਬਿਤਾਵਾਂਗੀ। ਮੈਂ ਕਿਹਾ, ਕਦੇ ਨਹੀਂ। ਉਹ ਆਪਣੇ ਮਕਸਦ ਵਿੱਚ ਕਿਵੇਂ ਕਾਮਯਾਬ ਹੋ ਸਕਦਾ? ਉਸਨੇ ਮੇਰੇ ਤੋਂ ਮੇਰਾ ਪੁੱਤਰ ਖੋਹ ਲਿਆ ਤੇ ਮੇਰੇ ਪਤੀ ਨੂੰ ਮੇਰੇ ਤੋਂ ਦੂਰ ਕਰ ਦਿੱਤਾ। ਉਸਨੇ ਕਿਹਾ, ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਉਹ ਕੁਝ ਵੀ ਕਰ ਸਕਦਾ। ਉਹ ਮੈਨੂੰ ਕਿਸੇ ਹੋਰ ਸੰਸਾਰ ਵਿੱਚ ਲੈ ਜਾਵੇਗਾ। ਪਰ ਮੈਂ ਚਾਂਦਨੀ ਦੀ ਗੱਲ ਨਹੀਂ ਮੰਨੀ ਤੇ ਜਲਦੀ ਹੀ ਉਸ ਦੇ ਵਿਆਹ ਲਈ ਮੁੰਡੇ ਲੱਭਣੇ ਸ਼ੁਰੂ ਕਰ ਦਿੱਤੇ ਤੇ ਫਿਰ ਉਸ ਦਾ ਰਿਸ਼ਤਾ ਤੈਅ ਹੋਣ ਵਾਲਾ ਸੀ। ਜਿਸ ਦਿਨ ਉਸ ਦੇ ਪਿਤਾ ਨੇ ਕਿਹਾ ਕਿ ਅੱਜ ਰਿਸ਼ਤੇਦਾਰ ਆ ਰਹੇ ਹਨ, ਮੈਂ ਝੱਟ ਸਾਰਾ ਕੰਮ ਮੁਕਾ ਕੇ ਉਸ ਨੂੰ ਤਿਆਰ ਹੋਣ ਲਈ ਕਿਹਾ। ਉਹ ਰੋਂਦੀ ਰਹੀ, ਪਰ ਮੈਂ ਚਾਂਦਨੀ ਦੀ ਗੱਲ ਨਹੀਂ ਸੁਣੀ।
ਆਖਰ ਉਹ ਮੇਰੇ ਵੱਲੋਂ ਦਿੱਤਾ ਜੋੜਾ ਪਾਉਣ ਲਈ ਮਜਬੂਰ ਹੋ ਗਈ। ਜਦੋਂ ਉਹ ਇਸ ਨੂੰ ਪਹਿਨਣ ਲਈ ਕਮਰੇ ਵਿੱਚ ਗਈ ਤਾਂ ਕਾਫੀ ਦੇਰ ਹੋ ਚੁੱਕੀ ਸੀ। ਉਹ ਬਾਹਰ ਨਹੀਂ ਆਈ। ਮੈਂ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਵੀ ਨਹੀਂ ਖੁੱਲ੍ਹਿਆ। ਫਿਰ ਮੈਂ ਧੱਕਾ ਮਾਰ ਕੇ ਕੁੰਡੀ ਤੋੜ ਦਿੱਤੀ, ਪਰ ਅਜੀਬ ਗੱਲ ਇਹ ਸੀ ਕਿ ਦਰਵਾਜ਼ਾ ਅੰਦਰੋਂ ਬੰਦ ਸੀ, ਕੋਈ ਖਿੜਕੀ ਵੀ ਨਹੀਂ ਸੀ। ਫਿਰ ਵੀ ਉਹ ਅੰਦਰ ਮੌਜੂਦ ਨਹੀਂ ਸੀ। ਮੈਂ ਸਮਝ ਗਈ ਕਿ ਉਹ ਮੇਰੀ ਧੀ ਨੂੰ ਲੈ ਗਿਆ। ਉਹ ਚਲੀ ਗਈ ਤੇ ਮੇਰੇ ਕੋਲ ਕੁਝ ਨਹੀਂ ਬਚਿਆ। ਮੈਂ ਲੋਕਾਂ ਤੋਂ ਸਦਾ ਲਈ ਸੱਚ ਨੂੰ ਛੁਪਾਇਆ। ਮੈਂ ਕਿਸੇ ਨੂੰ ਨਹੀਂ ਦੱਸਿਆ ਉਸਨੇ ਮੈਨੂੰ ਕੀ ਕਿਹਾ ਸੀ। ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹ ਇੱਕ ਲੜਕੇ ਨਾਲ ਭੱਜ ਗਈ। ਉਸ ਦੇ ਜਾਣ ਤੋਂ ਬਾਅਦ ਸਾਡੇ ਹਾਲਾਤ ਅਜਿਹੇ ਬਦਲ ਗਏ ਕਿ ਅਸੀਂ ਸਵਰਗ ਤੋਂ ਧਰਤੀ 'ਤੇ ਚਲੇ ਗਏ। ਨਾ ਤਾਂ ਮੇਰੀਆਂ ਧੀਆਂ ਦੀ ਪੜ੍ਹਾਈ ਪੂਰੀ ਹੋ ਸਕੀ ਤੇ ਨਾ ਹੀ ਮੇਰੇ ਪਤੀ ਦਾ ਕਾਰੋਬਾਰ ਅੱਗੇ ਵੱਧ ਸਕਿਆ। ਅਸੀਂ ਸਾਰੇ ਇੱਕ ਦੂਜੇ ਨਾਲ ਲੜਦੇ ਝਗੜਦੇ ਰਹਿੰਦੇ ਹਾਂ। ਕਿਸੇ ਨੇ ਮੇਰੀ ਪਰਵਾਹ ਨਹੀਂ ਕੀਤੀ। ਉਹ ਮੇਰੀ ਸੇਵਾ ਕਰਦੀ ਸੀ। ਸਭ ਕੁਝ ਵਾਪਰਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਇੱਕ ਚਾਂਦਨੀ ਹੀ ਸੀ ਜਿਸ ਨੇ ਮੇਰੀ ਸੇਵਾ ਕੀਤੀ ਤੇ ਮੈਨੂੰ ਦਿਲੋਂ ਪਿਆਰ ਕੀਤਾ। ਅੱਜ ਜਦੋਂ ਉਹ ਨਹੀਂ ਹੈ ਤਾਂ ਮੈਂ ਉਸ ਨੂੰ ਯਾਦ ਕਰ ਰਹੀ ਹਾਂ। ਮੈਂ ਬਚਪਨ ਤੋਂ ਉਸ ਮਾਸੂਮ ਬੱਚੀ ਨਾਲ ਬਹੁਤ ਗਲਤ ਕੀਤਾ ਸੀ ਤੇ ਅੱਜ ਮੈਂ ਪੂਰੀ ਤਰ੍ਹਾਂ ਇਕੱਲੀ ਹਾਂ। ਮੇਰਾ ਸਾਥ ਦੇਣ ਵਾਲਾ ਕੋਈ ਨਹੀਂ। ਮੇਰੀਆਂ 3 ਧੀਆਂ ਨੇ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਾ ਲਿਆ। ਮੇਰਾ ਪਤੀ ਆਪਣੀ ਦੂਜੀ ਪਤਨੀ ਤੋਂ ਖੁਸ਼ ਆ। ਮੇਰੀ ਸੱਸ ਇਸ ਸੰਸਾਰ ਨੂੰ ਛੱਡ ਕੇ ਚਲੀ ਗਈ। ਮੈਂ ਘਰ ਵਿੱਚ ਇਕੱਲੀ ਰਹਿੰਦੀ ਹਾਂ ਤੇ ਆਪਣੇ ਪਾਪਾਂ ਦੇ ਹੀ ਪਛਤਾਵਾ ਕਰਦੀ ਰਹਿੰਦੀ ਹਾਂ। ਮੇਰੇ ਰੱਬ ਨੇ ਮੈਨੂੰ ਮੇਰੇ ਪਾਪਾਂ ਦੀ ਵੱਡੀ ਸਜ਼ਾ ਦਿੱਤੀ ਤੇ ਮੈਨੂੰ ਇੱਕ ਚਮਚ ਪਾਣੀ ਦੇਣ ਵਾਲਾ ਵੀ ਨਹੀਂ ਬਚਿਆ। ਅੱਜ ਮੈਂ ਬਹੁਤ ਰੋਂਦੀ ਹਾਂ ਤੇ ਪ੍ਰਾਰਥਨਾ ਕਰਦੀ ਹਾਂ ਕਿ ਮੇਰੀ ਧੀ ਵਾਪਸ ਆ ਜਾਵੇ। ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਉਹ ਜਿੱਥੇ ਵੀ ਹੋਵੇ ਵਾਪਸ ਆ ਜਾਵੇ। ਉਹ ਜੋ ਵੀ ਕਹੇਗੀ ਮੈਂ ਉਹੀ ਕਰਾਂਗੀ, ਪਰ ਰੱਬ ਦਾ ਵਾਸਤਾ ਉਹ ਵਾਪਸ ਆ ਜਾਵੇ, ਕਿਉਂਕਿ ਇਸ ਘਰ ਦੀ ਸਾਰੀ ਸ਼ਾਨ ਉਹੀ ਸੀ। ਉਸ ਦੇ ਜਾਣ ਨਾਲ ਮੇਰੇ ਘਰ ਦੀ ਸਾਰੀ ਰੌਣਕ ਖਤਮ ਹੋ ਗਈ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਦੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।